ਸਵਾਗਤ ਹੈ ਤੁਹਾਡਾ ਸਾਰਿਆਂ ਦਾ ਦੇਸ਼ ਪ੍ਰਦੇਸ਼ ਟੀਵੀ ਦੇ ਵਿੱਚ ਅਤੇ ਸਾਡੇ ਉਹਨਾਂ ਸਾਰਿਆਂ ਸਰੋਤਿਆਂ ਦਾ ਜਿਹੜੇ ਸਾਨੂੰ ਰੈਡ ਐਫਐਮ ਤੇ ਸੁਣਦੇ ਨੇ। ਦੋਸਤੋ, ਅੱਜ ਅਸੀਂ ਗੱਲ ਕਰਨੀ ਆ ਜਿਸ ਤਰ੍ਹਾਂ ਤੁਹਾਨੂੰ ਪਤਾ ਹੈ ਕਿ ਸੁਪਰੀਮ ਕੋਰਟ ਨੇ ਇੱਕ ਬਹੁਤ ਅਹਿਮ ਫੈਸਲੇ ਦੇ ਦੌਰਾਨ ਖੇਤੀਬਾੜੀ ਦੇ ਜਿਹੜੇ 3 ਕਾਨੂੰਨ ਸੀ ਜਿਨ੍ਹਾਂ ਦੇ ਖਿਲਾਫ ਲਗਾਤਾਰ ਜਿਹੜੇ ਕਿਸਾਨ 48 ਦਿਨਾਂ ਤੋਂ ਪਿਛਲੇ ਦਿੱਲੀ ਬਾਰਡਰ ਤੇ ਬੈਠ ਕੇ ਅੰਦੋਲਨ ਕਰ ਰਹੇ ਨੇ ਤੇ ਮੰਗ ਕਰ ਰਹੇ ਨੇ ਕਿ ਇਹਨਾਂ ਕਾਨੂੰਨਾਂ ਨੂੰ ਰੱਦ ਕਰ ਦਿਓ, ਉਸ 'ਤੇ ਸੁਪਰੀਮ ਕੋਰਟ ਨੇ ਅੱਜ ਰੋਕ ਲਗਾ ਦਿੱਤੀ ਹੈ। ਹੋਰ ਵੀ ਕਈ ਫੈਸਲੇ ਲਿੱਤੇ ਜਿਸ ਤਰ੍ਹਾਂ ਕਿ ਉਹਨਾਂ ਨੇ ਕਮੇਟੀ ਵੀ ਬਣਾ ਦਿੱਤੀ ਆ। ਇਹਨਾਂ ਸਾਰੀਆਂ ਗੱਲਾਂ ਬਾਤਾਂ ਦਾ ਆਪਾਂ ਜਿਹੜੀ ਜਾਣਕਾਰੀ ਆ ਕਿ ਇਸ ਚੀਜ਼ ਦਾ ਕੀ ਅਸਰ ਹੋਏਗਾ, ਅੰਦੋਲਨ 'ਤੇ ਕੀ ਅਸਰ ਹੋਏਗਾ ਅਤੇ ਜਿਹੜਾ ਇਹ ਅੰਦੋਲਨ ਆ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਰੂਪ ਰੇਖਾ ਲਏਗਾ, ਇਹਨਾਂ ਸਾਰੀਆਂ ਚੀਜ਼ਾਂ ਦੀ ਜਾਣਕਾਰੀ ਲੈਣ ਲਈ ਆਓ ਅੱਜ ਆਪਾਂ ਗੱਲ ਕਰਦੇ ਹਾਂ ਸੀਨੀਅਰ ਪੱਤਰਕਾਰ ਸਤਿੰਦਰ ਬੈਂਸ ਹੋਣਾ ਨਾਲ। ਸਤਿੰਦਰ ਬੈਂਸ ਹੋਣਾ ਤੋਂ ਜਾਣਦੇ ਹਾਂ ਕਿ ਇਹਨਾਂ ਚੀਜ਼ਾਂ ਦਾ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਫਰਕ ਪਏਗਾ। ਸਤਿੰਦਰ ਬੈਂਸ ਜੀ, ਸਵਾਗਤ ਹੈ ਤੁਹਾਡਾ ਦੇਸ਼ ਪ੍ਰਦੇਸ਼ ਟੀਵੀ ਦੇ ਵਿੱਚ। ਮਨਪ੍ਰੀਤ ਰੰਧਾਵਾ ਜੀ, ਤੁਹਾਡਾ ਧੰਨਵਾਦ। ਤੁਸੀਂ ਸੁਪਰੀਮ ਕੋਰਟ ਦੇ ਸਵਾਲ ਪੁੱਛੇ ਬੜੇ ਅਹਿਮ ਨੇ। ਤਾਂ ਅੱਜ ਜਿਵੇਂ ਤੁਸੀਂ ਦੱਸਿਆ ਹੀ ਹੈ ਕਿ ਸੁਪਰੀਮ ਕੋਰਟ ਨੇ ਇੰਟਰਮ ਆਰਡਰ ਕੀਤਾ ਹੈ ਔਰ ਫਾਰਮਰ ਆਰਗੇਨਾਈਜੇਸ਼ਨਸ ਨੇ ਉਹਨੂੰ ਨਹੀਂ ਮੰਨਿਆ। ਸੋ ਬਹੁਤੀਆਂ ਆਰਗੇਨਾਈਜੇਸ਼ਨਸ ਦਾ ਇਹੀ ਕਹਿਣਾ ਹੈ ਕਿ ਜਿਹੜੀ ਸਾਡੀ ਮੇਨ ਡਿਮਾਂਡ ਸੀਗੀ, ਜਿਹਦਾ ਤੁਸੀਂ ਵੀ ਜ਼ਿਕਰ ਕਰ ਰਹੇ ਸੀਗੇ ਕਿ ਕਾਨੂੰਨ ਰੱਦ ਕੀਤੇ ਜਾਣ, ਸੋ ਉਹ ਰੱਦ ਕਰਨ ਦੀ ਜਿਹੜੀ ਡਿਮਾਂਡ ਆ ਉਹ ਨਹੀਂ ਮੰਨੀ ਗਈ। ਔਰ ਕਿਸਾਨ ਯੂਨੀਅਨਾਂ ਦਾ ਵੀ ਇਹੀ ਕਹਿਣਾ ਹੈ ਕਿ ਜਦੋਂ ਤੱਕ ਉਹ ਡਿਮਾਂਡ ਨਹੀਂ ਮੰਨੀ ਜਾਂਦੀ ਅਸੀਂ ਨਹੀਂ ਜਾਂਦੇ। ਜਿਹੜਾ ਇਹਦੇ ਵਿੱਚ 3 ਬਿੱਲ ਸਸਪੈਂਡ ਕੀਤੇ ਆ, ਇੱਕ ਤਰ੍ਹਾਂ ਦੇ ਹੋਲਡ 'ਤੇ ਕੀਤੇ ਆ ਸੁਪਰੀਮ ਕੋਰਟ ਨੇ, ਪਰ ਤੁਸੀਂ ਦੇਖਿਆ ਹੋਣਾ ਹੈ ਕਿ ਇਹਦੇ ਨਾਲ ਇਹਨੂੰ ਪਾਰਸ਼ਲ ਜਿਹੜਾ ਆਪਾਂ ਕਹਿੰਦੇ ਆ ਉਹ ਵੀ ਨਹੀਂ ਇਹਦੇ 'ਚ ਰਿਸਪੌਂਸ ਮਿਲਿਆ ਉਹਨਾਂ ਨੂੰ, ਫਾਰਮਰਸ ਨੂੰ, ਕਿਉਂਕਿ ਜਿਹੜੀਆਂ 2 ਹੋਰ ਜਿਹੜੀ ਡਿਮਾਂਡਾਂ ਪਹਿਲਾਂ ਇੱਕ ਮੀਟਿੰਗ ਦੇ ਵਿੱਚ, ਜਿਵੇਂ MSP ਦਾ ਬਹੁਤ ਵੱਡੀ ਡਿਮਾਂਡ ਹੈਗੀ ਕਿ MSP ਜਿਹੜਾ ਹੈ ਉਹਦਾ ਕਾਨੂੰਨੀ ਉਹਨੂੰ ਜਮ੍ਹਾਂ ਦਿੱਤਾ ਜਾਵੇ, ਔਰ ਦੂਜੀ ਸੀ ਜਿਹੜਾ ਪਾਵਰ ਬਿੱਲ ਹੈ, ਇਲੈਕਟ੍ਰੀਸਿਟੀ ਬਿੱਲ ਹੈ, ਉਹਦੇ ਵਿੱਚ ਅਮੈਂਡਮੈਂਟ ਕੀਤੀ ਜਾਵੇ, ਔਰ ਇੱਕ ਸੀਗਾ ਜਿਹੜਾ ਪਰਾਲੀ ਵਾਲਾ ਜਿਹੜਾ ਸਟਬਲ ਬਰਨਿੰਗ ਦਾ ਜਿਹੜਾ ਜੁਰਮਾਨਾ 1 ਕਰੋੜ ਰੁਪਈਆ ਨੋਟੀਫਿਕੇਸ਼ਨ ਕੀਤਾ ਹੋਇਆ ਉਹਨੂੰ ਵਾਪਸ ਲਿਆ ਜਾਵੇ। ਸੋ ਇਹ ਡਿਮਾਂਡਾਂ ਜਿਹੜੀਆਂ ਉਹ ਹਾਲਾਂਕਿ ਮੀਟਿੰਗ ਦੇ ਵਿੱਚ ਡਿਸਕਸ ਹੋਈਆਂ ਸੀ, ਪਰ ਅੱਜ ਸੁਪਰੀਮ ਕੋਰਟ ਦੇ ਵਿੱਚ ਉਹਨਾਂ ਦਾ ਕੋਈ ਜ਼ਿਕਰ ਨਹੀਂ ਹੋਇਆ। ਸੋ ਫਾਰਮਰਸ ਨੇ ਡਿਸਾਈਡ ਕੀਤਾ ਹੈ ਕਿ ਇਹਨੂੰ ਆਪਾਂ ਕੰਟੀਨਿਊ ਕਰਨਾ ਹੈ ਐਜੀਟੇਸ਼ਨ ਨੂੰ। ਔਰ ਸੁਪਰੀਮ ਕੋਰਟ ਕਿਤੇ ਨਾ ਕਿਤੇ ਮੈਨੂੰ ਲੱਗਦਾ ਹੈ ਕਿ ਥੋੜ੍ਹੀ ਸਰਕਾਰ ਦੀ ਫੇਵਰ ਇਹਦੇ ਵਿੱਚ ਉਹਨੇ ਕੀਤੀ ਹੈ, ਕਿਉਂਕਿ ਸਰਕਾਰ ਬਹੁਤ ਉਲਝੀ ਹੋਈ ਸੀਗੀ ਐਜੀਟੇਸ਼ਨ ਕਰਕੇ ਔਰ ਇਹਦੇ 'ਚੋਂ ਨਿਕਲਣਾ ਚਾਹੁੰਦੀ ਸੀਗੀ, ਪਰ ਉਹ ਜਿਹੜੀ ਸਰਕਾਰ ਨਿਕਲ ਨਹੀਂ ਪਾਏਗੀ, ਕਿਉਂਕਿ ਇਕੱਲੀ ਜਿਹੜੀ 3 ਬਿੱਲਾਂ ਨੂੰ ਸਸਪੈਂਡ ਕਰਨਾ ਤਾਂ ਕੋਈ ਬਹੁਤ ਮਾਮੂਲੀ ਜਿਹੀ ਇੱਕ ਗੱਲ ਹੈ। ਇਹਦੇ ਉੱਤੇ ਤਾਂ ਪਹਿਲਾਂ ਵੀ ਡਿਸਕਸ਼ਨ ਹੋ ਚੁੱਕੀਆਂ। ਹੋ ਸਕਦਾ ਹੈ ਫਾਰਮਰਸ ਦੀ ਐਜੀਟੇਸ਼ਨ ਅਗਰ ਸੁਪਰੀਮ ਕੋਰਟ ਨਾ ਇੰਟਰਫੇਅਰ ਕਰਦਾ, ਸਰਕਾਰ ਨੂੰ ਇਹ ਵੈਸੇ ਵੀ ਗੱਲ ਮੰਨਣੀ ਪੈਣੀ ਸੀਗੀ, ਕਿਤੇ ਨਾ ਕਿਤੇ ਇੰਨਾ ਜ਼ਿਆਦਾ ਪ੍ਰੈਸ਼ਰ ਜਿਹੜਾ ਉਹ ਬਣ ਰਿਹਾ ਸੀਗਾ। ਸੋ ਸੁਪਰੀਮ ਕੋਰਟ ਨੇ ਇੱਕ ਤਰੀਕੇ ਨਾਲ ਜਿਹੜਾ ਮੈਂ ਇਹ ਕਹੂੰਗਾ ਕਿ ਫਾਰਮਰਸ ਐਜੀਟੇਸ਼ਨ ਨੂੰ ਸੈਬੋਟੇਜ ਕਰਨ ਦੀ ਕੋਸ਼ਿਸ਼ ਕੀਤੀ ਹੈ, ਔਰ ਫਾਰਮਰਸ ਕਦੇ ਵੀ ਇਸ ਚੀਜ਼ ਨੂੰ ਐਕਸੈਪਟ ਨਹੀਂ ਕਰਨਗੇ। ਅੱਜ ਤੁਸੀਂ ਦੇਖਿਆ ਹੋਣਾ ਜਿਹੜੀ 4 ਮੈਂਬਰਾਂ ਦੀ ਇੱਕ ਕਮੇਟੀ ਵੀ ਬਣਾਈ ਹੈ, ਉਹ 4 ਮੈਂਬਰ ਵੀ ਜਿਹੜੇ ਹੈਗੇ ਆ ਉਹਨਾਂ ਦੇ ਵਿੱਚ ਦੇ ਆਰ ਨਾਟ ਐਕਸੈਪਟੇਬਲ ਟੂ ਫਾਰਮਰਸ। ਉਹਦੇ 'ਚ ਬਹੁਤੇ ਉਹੀ ਬੰਦੇ ਨੇ ਜਿਨ੍ਹਾਂ ਦੇ ਆਲਰੇਡੀ ਜਿਨ੍ਹਾਂ ਦੇ ਬਾਰੇ ਬਹੁਤ ਸਾਰਾ ਕੁਛ ਮੀਡੀਆ ਵਿੱਚ ਲਿਖਿਆ ਗਿਆ। ਭੁਪਿੰਦਰ ਸਿੰਘ ਮਾਨ ਬਾਰੇ ਜਿਵੇਂ ਹੈਗਾ ਆ ਕਿ ਉਹ ਰਾਜ ਸਭਾ ਦੇ ਮੈਂਬਰ ਰਹੇ ਆ ਭਾਵੇਂ, ਪਰ ਜਿਹੜੀਆਂ ਪ੍ਰੈਜ਼ੈਂਟ ਜਥੇਬੰਦੀਆਂ ਜਿਹੜੀਆਂ ਅੰਦੋਲਨ ਕਰ ਰਹੀਆਂ ਉਹ ਇਹਨਾਂ ਨੂੰ ਆਪਣਾ ਲੀਡਰ ਨਹੀਂ ਮੰਨਦੇ, ਨਾ ਹੀ ਉਹ ਇਹਦੇ 'ਚ ਲਿੰਕਡ ਨੇ ਇਹਨਾਂ ਦੇ ਨਾਲ। ਮੈਂ ਬੈਂਸ ਸਾਹਿਬ ਇਹਨਾਂ ਗੱਲਾਂ ਸਾਰੀਆਂ ਤੇ ਤੁਹਾਡੇ ਕੋਲ ਆਊਂਗਾ, ਲੇਕਿਨ ਪਹਿਲਾਂ ਤੁਸੀਂ ਜਿੱਦਾਂ ਇਲੈਕਟ੍ਰਿਸਿਟੀ ਬਿੱਲ ਦੀ ਗੱਲ ਕੀਤੀ ਆ, ਜਾਂ ਤੁਸੀਂ ਇੱਕ ਹੋਰ ਜਿਹੜਾ ਸਟਬਲ ਬਰਨਿੰਗ ਦੀ, ਉਸ ਟਾਈਮ ਤੁਹਾਨੂੰ ਯਾਦ ਹੋਣਾ 7ਵੇਂ ਗੇਟ ਦੀ ਮੀਟਿੰਗ ਦੇ ਵਿੱਚ ਸਰਕਾਰ ਨੇ ਵਾਅਦਾ ਕਰ ਲਿਆ ਸੀ ਕਿ ਅਸੀਂ ਇਲੈਕਟ੍ਰਿਸਿਟੀ ਬਿੱਲ ਨਹੀਂ ਲੈ ਕੇ ਆਵਾਂਗੇ ਅਤੇ ਜਿਹੜਾ ਆਰਡੀਨੈਂਸ ਆ ਜਿਹੜਾ ਪਰਾਲੀ ਵਾਲਾ ਉਹਨੂੰ ਵੀ ਅਸੀਂ ਵਾਪਸ ਲਵਾਂਗੇ। ਇਹ 2 ਵਾਅਦੇ ਹੋ ਚੁੱਕੇ ਸੀ। ਉਸ ਤੋਂ ਬਾਅਦ ਉਹਨਾਂ ਨੇ ਕਿਹਾ ਸੀ ਕਿ ਹੁਣ ਜਿਹੜੀ ਅਗਲੀ ਗੱਲ ਆ ਜਿੰਨੇ ਵੀ ਕਿਸਾਨਾਂ ਦੇ ਆਗੂ ਸੀ, ਉਹ ਗੱਲ ਹੋਊਗੀ ਖੇਤੀਬਾੜੀ ਕਾਨੂੰਨਾਂ 'ਤੇ ਅਤੇ ਉਹ ਗੱਲ ਹੋਊਗੀ MSP ਦੀ ਗਰੰਟੀ 'ਤੇ। ਤੁਹਾਨੂੰ ਲੱਗਦਾ ਕਿ ਇਹ ਚੀਜ਼ਾਂ ਦੇ ਹਜੇ ਤੱਕ ਕਿਸਾਨਾਂ ਨੂੰ ਸੁਪਰੀਮ ਕੋਰਟ ਵੱਲੋਂ ਕੋਈ ਜਵਾਬ ਨਹੀਂ ਮਿਲਿਆ? ਅਤੇ ਕੀ ਲੱਗਦਾ ਕਿ ਜਿਹੜੀ ਤੁਸੀਂ ਆਪ ਹੁਣ ਗੱਲ ਕੀਤੀ ਹੈ ਕਮੇਟੀ ਦੀ, ਜਿਸ ਤਰ੍ਹਾਂ ਤੁਸੀਂ ਪਹਿਲਾਂ ਹੀ ਜ਼ਿਕਰ ਕੀਤਾ ਕਿ ਜਿਹੜੇ ਇਹ 4 ਮੈਂਬਰ ਨੇ ਇਹ ਕਿਤੇ ਨਾ ਕਿਤੇ ਪਹਿਲਾਂ ਹੀ ਇਹ ਕਾਨੂੰਨਾਂ ਦੇ ਉਹ ਤਾਂ ਹੱਕ ਵਿੱਚ ਖੜ੍ਹੇ ਹੋਏ ਨੇ? ਹਾਂ, ਉਹਦੇ ਵਿੱਚ ਉਹ ਜਿਹੜੇ ਮੈਂਬਰ ਆ, ਦੇਖੋ ਪਹਿਲੀ ਗੱਲ ਤਾਂ ਜਿਹੜੇ ਫਾਰਮਰ ਐਜੀਟੇਸ਼ਨ ਕਰ ਰਹੇ ਆ ਉਹਨਾਂ ਦੀ ਸਹਿਮਤੀ ਦੇ ਨਾਲ ਨਹੀਂ ਬਣੇ ਉਹਦਾ ਇੱਕ ਸੁਪਰੀਮ ਕੋਰਟ ਨੇ ਇੱਕ ਪੈਨਲ ਬਣਾਤਾ ਆ, ਔਰ ਉਹਦੇ 'ਚ ਕੌਣ ਹੈਗੇ, ਉਹਨਾਂ ਦੀ ਕੀ ਕ੍ਰੈਡੀਬਿਲਿਟੀ ਹੈਗੀ ਹੈ ਫਾਰਮਰਸ ਦੇ। ਕੋਈ ਬੰਦੇ ਇਹੋ ਜਿਹੇ ਵੀ ਹੋਣੇ ਚਾਹੀਦੇ ਸੀਗੇ ਜਿਨ੍ਹਾਂ ਦੇ ਵਿੱਚ ਕੋਈ ਉਹ ਬੰਦੇ ਹੁੰਦੇ ਜਿਨ੍ਹਾਂ ਦੀ ਕੋਈ ਫਾਰਮਰ ਦੇ ਨਾਲ ਐਜੀਟੇਸ਼ਨ ਦੇ ਨਾਲ ਜੁੜੇ ਹੋਏ ਬੰਦੇ ਆ, ਜਿਨ੍ਹਾਂ ਨੂੰ ਸਮਝ ਆ ਗਈ ਇਸ ਚੀਜ਼ ਦੀ, ਜਿਵੇਂ ਐਗਰੀਕਲਚਰ ਦੇ ਐਕਸਪਰਟ ਦਵਿੰਦਰ ਸ਼ਰਮਾ ਹੈਗੇ ਆ,
ਬਹੁਤ ਜ਼ਿਆਦਾ ਵਾਸਟ ਉਹਨਾਂ ਨੇ ਸਟੱਡੀ ਕੀਤੀ ਹੈ। ਇੱਦਾਂ ਦੇ ਬੰਦੇ ਜਿਹੜੇ ਉਹ ਲਏ ਜਾ ਸਕਦੇ ਸੀਗੇ ਕਮੇਟੀ ਦੇ ਵਿੱਚ। ਤੁਸੀਂ ਗੱਲ ਕੀਤੀ ਹੈ ਦਵਿੰਦਰ ਸ਼ਰਮਾ ਦੀ, ਮੈਨੂੰ ਯਾਦ ਹੈ ਜਦੋਂ 17 ਦਸੰਬਰ ਨੂੰ ਸੁਪਰੀਮ ਕੋਰਟ ਨੇ ਪਹਿਲੀ ਵਾਰੀ ਇਸ ਬਾਰੇ ਗੱਲ ਕੀਤੀ ਸੀ ਤੇ ਸੁਪਰੀਮ ਕੋਰਟ ਨੇ ਇੱਕ ਨਾਂ ਸੁਝਾਅ ਕੀਤਾ ਸੀ, ਬੜੇ ਉੱਘੇ ਉਹ ਐਗਰੀਕਲਚਰ ਦੇ ਜਿਹੜੇ ਐਕਸਪਰਟ ਨੇ, ਉਹ ਹੈਗੇ ਪੀ ਸਾਈਨਾਥ, ਆਪ ਬਹੁਤ ਵੱਡੇ ਪੱਤਰਕਾਰ ਵੀ ਆ। ਇਸ ਵਾਰੀ ਸੁਪਰੀਮ ਕੋਰਟ ਨੇ ਉਹਨਾਂ ਦਾ ਨਾਂ ਹੀ ਨਹੀਂ ਲਿੱਤਾ। ਦੇਖੋ ਇਹਦੇ 'ਚ ਮੈਂ ਤੁਹਾਨੂੰ ਜਿਵੇਂ ਪਹਿਲਾਂ ਵੀ ਕਿਹਾ ਹੈ ਕਿ ਜਿਹੜੀ ਮਨਸ਼ਾ ਮੈਨੂੰ ਨਹੀਂ ਲੱਗਦੀ ਕਿ ਉਹ ਕੋਈ ਹੱਲ ਕੱਢਣ ਦੀ ਸੀਗੀ ਸੁਪਰੀਮ ਕੋਰਟ ਦੀ। ਇੱਕ ਸੁਪਰੀਮ ਕੋਰਟ ਦੇ ਉੱਤੇ ਕਿਤੇ ਨਾ ਕਿਤੇ ਹੋ ਸਕਦਾ ਹੈ ਇਸ ਤਰ੍ਹਾਂ ਦਾ ਕਿ ਸਰਕਾਰ ਦਾ ਵੀ ਕੋਈ ਕਿਸੇ ਤਰੀਕੇ ਨਾਲ ਕੋਈ ਦਬਾਅ ਹੋਵੇ ਕਿ ਇਸ ਇਸ਼ੂ ਦੇ ਵਿੱਚੋਂ ਸਾਨੂੰ ਕੱਢਿਆ ਜਾਵੇ। ਪਰ ਤੁਸੀਂ ਹੁਣੀ ਆਪਾਂ ਜ਼ਿਕਰ ਕਰ ਰਹੇ ਸੀਗੇ ਸਟਬਲ ਬਰਨਿੰਗ ਦਾ ਔਰ ਪਾਵਰ ਬਿੱਲ ਦਾ, ਇਹ ਦੋ ਡਿਮਾਂਡਾਂ ਤਾਂ ਕਮੇਟੀ ਦੇ ਵਿੱਚ ਮੰਨੀਆਂ ਜਾ ਚੁੱਕੀਆਂ ਆਲਰੇਡੀ, ਜਿਹੜੀ ਮੀਟਿੰਗ ਹੋਈ ਸੀਗੀ, ਪਰ ਉਹਨਾਂ ਦੇ ਬਾਰੇ ਸਰਕਾਰ ਨੇ ਕੋਈ ਹਾਲੇ ਤੱਕ ਨੋਟੀਫਿਕੇਸ਼ਨ ਨਹੀਂ ਕੀਤਾ ਜਾਂ ਕੋਈ ਆਰਡੀਨੈਂਸ ਜਾਰੀ ਨਹੀਂ ਕੀਤਾ। ਉਹ ਤਾਂ ਉੱਥੇ ਖੜੀਆਂ। ਇਹਦਾ ਮਤਲਬ ਹਾਲੇ ਪਾਵਰ ਬਿੱਲ ਵੀ ਜਿਹੜਾ ਪਾਵਰ ਬਿੱਲ ਹੈ ਉਹਦੇ 'ਚ ਕੋਈ ਚੇਂਜ ਨਹੀਂ ਹੋ ਕੀਤੀ ਸਰਕਾਰ ਨੇ, ਜਿਹੜਾ ਉਹਨਾਂ ਦਾ ਡਰਾਫਟ ਬਣਿਆ ਹੋਇਆ, ਔਰ ਜਿਹੜੀ ਸਟਬਲ ਬਰਨਿੰਗ ਦਾ ਆਰਡੀਨੈਂਸ ਆ ਉਹ ਹਾਲੇ ਤੱਕ ਵਾਪਸ ਨਹੀਂ ਲਿਆ। ਤਾਂ ਇਹ ਬਹੁਤ ਵੱਡੇ ਇਸ਼ੂ ਹੈ। ਔਰ MSP ਦੇ ਬਾਰੇ ਜਿਹੜੀ ਬਿੱਲਾਂ ਦੇ ਨਾਲ ਸਭ ਤੋਂ ਵੱਡੀ ਡਿਮਾਂਡ ਸੀ MSP ਜਿਹੜੀ ਆ ਉਹ ਕ੍ਰੌਪਸ ਦੀ ਕੀਤੀ ਜਾਵੇ, ਉਹਦੇ ਬਾਰੇ ਸੁਪਰੀਮ ਕੋਰਟ ਬੋਲਿਆ ਹੀ ਨਹੀਂ। ਸੋ ਇਸ ਤਰੀਕੇ ਨਾਲ ਮੈਂ ਨਹੀਂ ਸਮਝਦਾ ਕਿ ਸੁਪਰੀਮ ਕੋਰਟ ਦਾ ਜਿਹੜਾ ਇੱਕ ਡਿਸੀਜਨ ਹੈ ਕਿ ਕੋਈ ਪੂਰਾ ਇੱਕ ਡਿਸੀਜਨ ਹੈਗਾ ਜਿਹਦੇ ਵਿੱਚ ਫਾਰਮਰ ਸੈਟੀਸਫਾਈ ਹੋ ਜਾਣਗੇ। ਸੋ ਇਹਨੂੰ ਸੁਪਰੀਮ ਕੋਰਟ ਨੂੰ ਪੂਰੇ ਇਹਨੂੰ ਸਾਰੇ ਇਸ਼ੂ ਨੂੰ ਇਕੱਠਾ ਲੈਣਾ ਚਾਹੀਦਾ ਸੀਗਾ। ਸਰਕਾਰ ਨੂੰ ਪੁੱਛਣਾ ਚਾਹੀਦਾ ਸੀਗਾ ਵੀ ਤੁਸੀਂ ਜਿਹੜੀਆਂ ਪਾਵਰ ਬਿੱਲ ਦਾ ਔਰ ਸਟਬਲ ਬਰਨਿੰਗ ਦਾ ਮੰਨ ਚੁੱਕੇ ਹੋ, ਉਹਦਾ ਆਰਡੀਨੈਂਸ ਲੈ ਕੇ ਆਓ, ਕਿੱਥੇ ਆ, ਲਿਆਓ ਨੋਟੀਫਿਕੇਸ਼ਨ। ਸੋ ਕਿਉਂ ਨਹੀਂ ਪੁੱਛਿਆ ਉਹਨੂੰ ਸੁਪਰੀਮ ਕੋਰਟ ਨੇ? ਜੇ ਸੁਪਰੀਮ ਕੋਰਟ ਨੂੰ ਫਾਰਮਰਸ ਦੀ ਇੰਨੀ ਫਿਕਰ ਸੀਗੀ ਤਾਂ ਉਹਨਾਂ ਨੇ ਪੁੱਛਣੀ ਚਾਹੀਦੀ ਸੀ ਗੱਲ। ਸਰਕਾਰ ਉੱਥੇ ਜਵਾਬ ਦਿੰਦੀ ਕਿ ਅਸੀਂ ਆਰਡੀਨੈਂਸ ਕੱਢਾਂਗੇ, ਜਾਂ ਜੇ ਨਹੀਂ ਕੱਢਿਆ ਤਾਂ ਕਿਉਂ ਨਹੀਂ ਕੱਢਿਆ। ਸੋ ਇਹ ਗੱਲਾਂ MSP ਬਾਰੇ ਸੁਪਰੀਮ ਕੋਰਟ ਨੇ ਇੱਕ ਸਵਾਲ ਵੀ ਨਹੀਂ ਪੁੱਛਿਆ, ਜਿਹੜੀ ਫਾਰਮਰਸ ਦੀ ਬਹੁਤ ਵੱਡੀ ਡਿਮਾਂਡ ਹੈ। ਸੋ ਇਹ ਐਜੀਟੇਸ਼ਨ ਉਸ ਤਰੀਕੇ ਨਾਲ ਨਹੀਂ ਖਤਮ ਹੋਣਾ। ਔਰ ਮੈਨੂੰ ਲੱਗਦਾ ਕਿ ਸੁਪਰੀਮ ਕੋਰਟ ਨੂੰ ਸੁਪਰੀਮ ਕੋਰਟ ਨੇ ਜਿਹੜੀ ਕਮੇਟੀ ਬਣਾਈ ਹੈ ਉਹਦੀਆਂ ਹੁਣ ਜਿਹੜੀਆਂ ਟਰਮਸ ਹੈ ਉਹ ਕੀ ਤੈਅ ਹੁੰਦੀਆਂ ਹਾਲੇ ਉਹ ਵੀ ਨਹੀਂ ਪਤਾ, ਉਹਦਾ ਕੀ ਟਾਈਮ ਪੀਰੀਅਡ ਹੈ ਇਹ ਵੀ ਨਹੀਂ ਪਤਾ। ਹੁਣ ਇੱਕ ਬਿੱਲਾਂ ਨੂੰ ਤੁਸੀਂ ਸਸਪੈਂਸ਼ਨ 'ਚ ਨਹੀਂ ਰੱਖ ਸਕਦੇ ਫॉर ਲੌਂਗ ਟਾਈਮ। ਤੁਸੀਂ ਗੱਲ ਕੀਤੀ ਹੈ ਜਦੋਂ ਅੱਜ ਸੁਪਰੀਮ ਕੋਰਟ ਦੇ ਵਿੱਚ ਮੌਕਾ ਸੀ, ਤੁਹਾਨੂੰ ਨਹੀਂ ਲੱਗਦਾ ਕਿ ਜਿਹੜੇ ਕਿਸਾਨਾਂ ਦੇ ਵਕੀਲ ਸੀ, ਚਾਹੇ ਉਹ ਦੁਸ਼ਯੰਤ ਦਵੇ ਸੀ, ਚਾਹੇ HS ਫੁਲਕਾ ਹੋਣੀ ਹੋਣ, ਚਾਹੇ ਜਿਹੜੇ ਪ੍ਰਸ਼ਾਂਤ ਭੂਸ਼ਣ ਹੈਗੇ ਨੇ, ਸਿਲਨ ਜਿਹੜੇ ਹੈਗੇ ਆ ਦੂਸਰੇ ਵੀ ਵਕੀਲ, ਉਹਨਾਂ ਦੇ 4 ਵਕੀਲ ਆ, ਚਾਰੇ ਦੇ ਚਾਰੇ ਵਕੀਲ ਜਿਹੜੇ ਸੀਗੇ ਉਹ ਸੁਪਰੀਮ ਕੋਰਟ ਦੇ ਵਿੱਚ ਹਾਜ਼ਰ ਨਹੀਂ ਸੀ। ਤੁਹਾਨੂੰ ਲੱਗਦਾ ਕਿ ਜੇ ਉੱਥੇ ਹਾਜ਼ਰ ਹੁੰਦੇ ਤਾਂ ਹੋ ਸਕਦਾ ਜਿਹੜੇ ਕਿਸਾਨਾਂ ਦੇ ਨੁਮਾਇੰਦੇ ਆ ਜਾਂ ਜਿਹੜੇ ਕਿਸਾਨਾਂ ਦੇ ਪਸੰਦੀਦਾ ਕੋਈ ਵਧੀਆ ਐਗਰੀਕਲਚਰ ਐਕਸਪਰਟਸ ਹੁੰਦੇ ਜਾਂ ਇਕਨੋਮਿਸਟ ਹੁੰਦੇ, ਉਹਨਾਂ ਦਾ ਨਾਮ ਵੀ ਵਿੱਚ ਕਮੇਟੀ ਦੇ ਪੈ ਜਾਂਦਾ? ਦੇਖੋ ਮੈਨੂੰ ਇਹ ਲੱਗਦਾ ਕਿ ਉਹ ਸਟ੍ਰੈਟਜੀ ਉਹਨਾਂ ਦੀ ਸੀਗੀ ਵਕੀਲਾਂ ਦੀ, ਜਿਹੜੇ ਕਿਉਂਕਿ ਕੱਲ੍ਹ ਸ਼ਾਮ ਨੂੰ ਫਾਰਮਰਸ ਦੀ ਔਰ ਇਹਨਾਂ ਦੇ ਵਕੀਲਾਂ ਦੀ 4 ਦੀ ਮੀਟਿੰਗ ਹੋਈ ਸੀਗੀ। ਸੋ ਉਹਦੇ ਵਿੱਚ ਇਹਨਾਂ ਨੂੰ ਇਸ ਗੱਲ ਦੀ ਸੰਭਾਵਨਾ ਲੱਗਦੀ ਹੋਏਗੀ ਕਿ ਜਿਹੜਾ ਸੁਪਰੀਮ ਕੋਰਟ ਦਾ ਡਿਸੀਜਨ ਇੱਦਾਂ ਦਾ ਆਉਣ ਵਾਲਾ ਹੈ ਜਾਂ ਜਿਹੜੀਆਂ ਸਾਡੀਆਂ ਗੱਲਾਂ ਜਿਹੜੀਆਂ ਉਹ ਨਹੀਂ ਮੰਨੀਆਂ ਜਾਣਗੀਆਂ, ਤਾਂ ਮੈਨੂੰ ਲੱਗਦਾ ਸਟ੍ਰੈਟਜੀ ਦੇ ਅਧੀਨ ਹੀ ਉਹ ਨਹੀਂ ਗਏ। ਕਿਉਂਕਿ ਜੇ ਉੱਥੇ ਚਲੇ ਜਾਂਦੇ ਤਾਂ ਇੱਕ ਤਰੀਕੇ ਦੀ ਮੋਹਰ ਲੱਗ ਜਾਣੀ ਸੀ ਕਿ ਉਹਨਾਂ ਦੀ ਹਾਜ਼ਰੀ ਦੇ ਵਿੱਚ ਉਹਨਾਂ ਦੀ ਐਕਸੈਪਟੈਂਸ ਦੇ ਨਾਲ ਇਹ ਹੋਇਆ ਹੈ। ਤਾਂ ਉਹਨਾਂ ਦੀ ਐਬਸੈਂਸ ਜਿਹੜੀ ਆ ਉਹ ਇੱਕ ਆਪਣੇ ਫਾਰਮਰਸ ਦਾ ਤੁਸੀਂ ਕਹਿ ਸਕਦੇ ਹੋ ਕਿ ਪ੍ਰੋਟੈਸਟ ਹੈਗਾ ਕਿ ਅਸੀਂ ਇਸ ਕਮੇਟੀ ਨੂੰ ਨਹੀਂ ਮੰਨਦੇ। ਬੈਂਸ ਸਾਹਿਬ ਇੱਕ ਚੀਜ਼ ਹੋਰ ਮੈਨੂੰ ਦੱਸੋ ਕਿ ਜਿਸ ਤਰ੍ਹਾਂ ਹੁਣ ਫਾਰਮਰਸ ਨੇ ਤੈਅ ਕੀਤਾ ਕਿ ਸੁਪਰੀਮ ਕੋਰਟ ਵੱਲੋਂ ਤੈਅ ਕੀਤੀ ਹੋਈ ਜਿਹੜੀ ਇਹ ਕਮੇਟੀ ਆ, ਅਸੀਂ ਉਹਦੇ ਅੱਗੇ ਪੇਸ਼ ਨਹੀਂ ਹੋਵਾਂਗੇ, ਤੁਹਾਨੂੰ ਲੱਗਦਾ ਕਿਤੇ ਨਾ ਕਿਤੇ ਜਨਤਾ ਦੇ ਵਿੱਚ, ਲੋਕਾਂ ਵਿੱਚ ਕਿਤੇ ਸ਼ਾਇਦ ਇਸ ਤਰ੍ਹਾਂ ਦਾ ਪ੍ਰਭਾਵ ਤਾਂ ਨਹੀਂ ਜਾਊਗਾ ਕਿ ਦੇਖੋ ਜੀ ਸੁਪਰੀਮ ਕੋਰਟ ਨੇ ਹੁਣ ਕਮੇਟੀ ਵੀ ਬਣਾਈ ਆ ਅਤੇ ਫਾਰਮਰਸ ਤਾਂ ਉੱਥੇ ਵੀ ਨਹੀਂ ਜਾ ਰਹੇ ਅਤੇ ਪ੍ਰੋਟੈਸਟ ਕਰੀ ਜਾ ਰਹੇ, ਨਾ ਉਹ ਕੇਂਦਰ ਸਰਕਾਰ ਦੀ ਗੱਲ ਮੰਨਦੇ ਆ, ਨਾ ਉਹ ਸੁਪਰੀਮ ਕੋਰਟ ਦੀ ਗੱਲ ਮੰਨਦੇ ਆ, ਇਸ ਤਰ੍ਹਾਂ ਦਾ ਤੁਹਾਨੂੰ ਲੱਗਦਾ ਕੋਈ ਇੰਪਰੈਸ਼ਨ ਜਾਏਗਾ? ਦੇਖੋ ਜਿਹੜੀ ਸਰਕਾਰ ਦੀ ਪ੍ਰੋਪਾਗੈਂਡਾ ਮਸ਼ੀਨਰੀ ਹੈ ਉਹਨੂੰ ਇੱਕ ਟੂਲ ਜ਼ਰੂਰ ਮਿਲਿਆ ਸੁਪਰੀਮ ਕੋਰਟ ਦੇ ਉਹਦੇ ਨਾਲ ਕਿ ਇਹ ਭੰਡਣਗੇ ਫਾਰਮਰਸ ਨੂੰ ਕਿ ਦੇਖੋ ਕਮੇਟੀ ਵੀ ਬਣ ਗਈ ਹੈ, ਸੁਪਰੀਮ ਕੋਰਟ ਦੇ ਵੀ ਆ ਗਏ, ਹਾਲੇ ਵੀ ਫਾਰਮਰ ਨਹੀਂ ਮੰਨ ਰਹੇ। ਤੁਸੀਂ ਅੱਜ ਦੇਖਿਆ ਹੋਣਾ ਸੁਪਰੀਮ ਕੋਰਟ ਦੇ ਵਿੱਚ 6 ਫॉर ਜਸਟਿਸ ਦਾ ਇਸ਼ੂ ਉਠਾਇਆ ਗਿਆ ਜਾਣਬੁੱਝ ਕੇ, ਔਰ ਖਾਲਿਸਤਾਨ ਦੇ ਨਾਲ ਫਿਰ ਜੋੜਨ ਦੀ ਕੋਸ਼ਿਸ਼ ਕੀਤੀ ਗਈ। ਸੋ ਇਹ ਸਾਰੀਆਂ ਚੀਜ਼ਾਂ ਸਿਰਫ ਪ੍ਰੋਪੇਗੈਂਡੇ ਵਾਸਤੇ ਹੈ, ਮਤਲਬ ਸਰਕਾਰ ਨੇ ਗਰਾਊਂਡ ਤਿਆਰ ਕੀਤੀ ਹੈ ਪ੍ਰੋਪੇਗੈਂਡਾ ਕਰਨ ਦੇ ਵਾਸਤੇ ਫਾਰਮਰਸ ਦੇ ਖਿਲਾਫ, ਔਰ ਮੈਨੂੰ ਨਹੀਂ ਲੱਗਦਾ ਇਹ ਕਾਮਯਾਬ ਹੋਊਗਾ। ਕਿਉਂਕਿ ਸ਼ੁਰੂ ਦੇ ਵਿੱਚ ਵੀ ਖਾਲਿਸਤਾਨੀ ਜਾਂ ਮਾਓਵਾਦੀ ਜਾਂ ਪਾਕਿਸਤਾਨੀ ਵਗੈਰਾ ਵਗੈਰਾ ਜਿਹੜੀਆਂ ਉਹ ਇਹਨਾਂ ਵਾਸਤੇ ਵਰਤੇ ਗਏ ਸ਼ਬਦ, ਪਰ ਉਹਨਾਂ ਦਾ ਜਵਾਬ ਫਾਰਮਰਸ ਨੇ ਦਿੱਤਾ, ਔਰ ਉਹਦਾ ਜਿਹੜੀ ਲੋਕਾਂ ਦੇ ਵਿੱਚ ਹੁਣ ਇਹ ਇੱਕ ਬਹੁਤ ਵੱਡਾ ਐਜੀਟੇਸ਼ਨ ਜਿਹੜਾ ਉਹ ਬਣ ਚੁੱਕਿਆ। ਤੋ ਉਹ ਹੁਣ ਜਦੋਂ ਇੰਨੀ ਫੈਲ ਜਾਵੇ, ਹੁਣ ਆਮ ਲੋਕ ਵੀ ਜਿਹੜੇ ਇਹਦੇ ਨਾਲ ਜੁੜ ਗਏ ਆ ਬਹੁਤ ਸਾਰੇ। ਅੱਜ ਮੈਂ ਕਿਸੇ ਨੂੰ ਸੁਣ ਰਿਹਾ ਸੀਗਾ ਕਿ ਇਹ ਐਡਾ ਵੱਡਾ ਐਜੀਟੇਸ਼ਨ ਹੈ, ਇੱਕ ਨਵੀਂ
ਜਿਸ ਤਰੀਕੇ ਦੀ ਪਿਰਤ ਪੀਸਫੁਲੀ ਰਹਿ ਕੇ ਇਹਨਾਂ ਨੇ ਪਾਈ ਹੈ, ਸੋ ਹੋ ਸਕਦਾ ਕੱਲ੍ਹ ਨੂੰ ਐਕਸਪੋਰਟ ਦੇ ਵਿੱਚ ਇਹਦੇ ਉੱਤੇ ਬਕਾਇਦਾ ਕੋਈ ਚੈਪਟਰ ਆਵੇ, ਇਹਦੇ ਉੱਤੇ ਕੋਈ ਉਹਦੇ ਰਿਸਰਚ ਪੇਪਰ ਆਉਣ ਇਸ ਦੇ ਉੱਤੇ ਵੀ ਕਿਸ ਤਰੀਕੇ ਨਾਲ ਐਜੂਕੇਸ਼ਨ ਚੱਲਿਆ। ਸੋ ਇੱਕ ਬਹੁਤ ਵੱਡਾ ਹੈ। ਹਾਲੇ ਸਰਕਾਰ ਇਹਦੀ ਡਾਇਮੈਂਸ਼ਨ ਨੂੰ ਨਹੀਂ ਸਮਝ ਪਾ ਰਹੀ। ਜਿਹੜੀ ਸਰਕਾਰ ਆ ਉਹ ਹਾਲੇ ਵੀ ਅੱਜ ਦੀ ਸੁਪਰੀਮ ਕੋਰਟ ਦੀ ਜਿਹੜੀ ਹੀਅਰਿੰਗ ਦਾ ਮਤਲਬ ਇਹ ਸੀਗਾ ਕਿ ਪ੍ਰੋਪੇਗੈਂਡੇ ਵਾਸਤੇ ਗਰਾਊਂਡ ਤਿਆਰ ਕੀਤੀ ਜਾ ਰਹੀ ਆ ਕਿ ਫਾਰਮਰਸ ਨੂੰ ਬਦਨਾਮ ਕਿਵੇਂ ਕਰਨਾ ਹੈ। ਉਹਦੇ 'ਚ ਕਿਤੇ ਤੁਹਾਨੂੰ ਸਿੰਸੀਅਰਟੀ ਨਜ਼ਰ ਨਹੀਂ ਆ ਰਹੀ ਸੀਗੀ ਕਿ ਅਸੀਂ ਇਹਦਾ ਸੋਲਿਊਸ਼ਨ ਕੱਢਣਾ ਹੈ। ਮੈਨੂੰ ਇੱਕ ਗੱਲ ਹੋਰ ਦੱਸੋ ਬੈਂਸ ਸਾਹਿਬ ਕਿ ਇਹ ਸਾਰਾ ਕੁਝ ਤਾਂ ਠੀਕ ਹੈ, ਕਿਉਂਕਿ ਤੁਸੀਂ ਇਹ ਗੱਲ ਬਹੁਤ ਵਾਜਬ ਕੀਤੀ ਹੈ ਕਿ ਲਗਾਤਾਰ ਕੋਸ਼ਿਸ਼ਾਂ ਸੀ ਚਾਹੇ ਕਿਸੇ ਵੀ ਏਜੰਸੀ ਵੱਲੋਂ ਕਿ ਕਿਸੇ ਨਾ ਕਿਸੇ ਤਰ੍ਹਾਂ ਕਿਸਾਨਾਂ ਨੂੰ ਕੋਈ ਨਾਮ ਦੇ ਕੇ ਉਹਨਾਂ ਨੂੰ ਬਦਨਾਮ ਕੀਤਾ ਜਾਵੇ। ਈਵਨ ਕਿ ਜਿਹੜੇ ਕੇਂਦਰੀ ਮੰਤਰੀ ਹੈ, ਜਿਹੜੇ ਬਹੁਤ ਜ਼ਿੰਮੇਵਾਰ ਅਹੁਦਿਆਂ 'ਤੇ ਬੈਠੇ ਆ, ਉਹਨਾਂ ਵੱਲੋਂ ਵੀ ਇਹੋ ਜਿਹੀਆਂ ਸਟੇਟਮੈਂਟਸ ਦਿੱਤੀਆਂ ਗਈਆਂ। ਹਰੀਸ਼ ਸਾਲਵੇ ਤੁਹਾਨੂੰ ਪਤਾ ਹੈ ਕਿ ਇੱਕ ਪ੍ਰਾਈਵੇਟ ਪਟੀਸ਼ਨਰ ਲਈ ਅਪੀਅਰ ਹੋ ਰਹੇ ਸੀ। ਉਹਨਾਂ ਨੇ ਇੱਥੋਂ ਤੱਕ ਕਿਹਾ ਕਿ ਦੇਖੋ ਜੀ ਜਿਹੜੀ ਕੇਂਦਰ ਸਰਕਾਰ ਆ ਉਹਨਾਂ ਦੀ ਨੱਕ ਰਹਿਣੀ ਚਾਹੀਦੀ ਆ, ਕਿਸਾਨ ਜਿੱਤੇ ਹੋਏ ਨਹੀਂ ਲੱਗਣੇ ਚਾਹੀਦੇ, ਜਾਂ ਜਿਹੜੀ ਸਰਕਾਰ ਆ ਉਹ ਹਾਰੀ ਹੋਈ ਨਹੀਂ ਲੱਗਣੀ ਚਾਹੀਦੀ। ਇਸ ਬਾਰੇ ਤੁਹਾਡਾ ਕੀ ਕਹਿਣਾ? ਦੇਖੋ, ਮੈਂ ਜਿਵੇਂ ਹਰੀਸ਼ ਸਾਲਵੇ ਦਾ ਤੁਸੀਂ ਜ਼ਿਕਰ ਕੀਤਾ ਹੈ, ਈਵਨ ਜਿਹੜੇ ਦੂਜੇ ਵੀ ਵਕੀਲ ਪੇਸ਼ ਹੋਏ ਆ ਉਹ ਸਾਰੇ ਸਰਕਾਰ ਵੱਲੋਂ ਸਪੋਂਸਰਡ ਸੀਗੇ। ਜਿਵੇਂ ਸੁਪਰੀਮ ਕੋਰਟ ਨੇ ਇੱਕ ਸਵਾਲ ਉਠਾਇਆ ਸੀਗਾ ਕਿ ਜਿਹੜੀਆਂ ਸਪੋਰਟ ਕਰ ਰਹੀਆਂ ਫਾਰਮਰ ਬਾਡੀਜ਼, ਉਹਨਾਂ ਦਾ ਤਾਂ ਕੋਈ ਵਕੀਲ ਨਹੀਂ ਆਇਆ। 15 ਮਿੰਟਾਂ ਦੇ ਵਿੱਚ ਵਕੀਲ ਹਾਜ਼ਰ ਕਰਤਾ, ਠੀਕ ਹੈ ਨਾ। ਤਾਂ ਸਰਕਾਰ ਬੜੀ ਪ੍ਰਿਪੇਅਰ ਹੋ ਕੇ, ਇੱਥੋਂ ਪਤਾ ਲੱਗਦਾ ਕਿ ਪ੍ਰੀ ਪਲੈਨਡ ਸਾਰਾ ਆਪਰੇਸ਼ਨ ਸੀਗਾ। ਅਦਰਵਾਈਜ਼ ਕਿਸੇ ਅੱਜ ਤੱਕ ਪਟੀਸ਼ਨ ਨਹੀਂ ਕੀਤੀ ਕਿਸੇ ਨੇ ਜਿਹੜੀਆਂ ਸਪੋਰਟ ਕਰ ਰਹੀਆਂ। ਜੇ ਸਪੋਰਟ ਕਰਦੀਆਂ ਜਿਹੜੀਆਂ ਆਰਗੇਨਾਈਜੇਸ਼ਨ ਜਿਵੇਂ ਸਰਕਾਰ ਕਲੇਮ ਕਰਦੀ ਹੈ, ਤੇ ਉਹਨਾਂ ਦਾ ਕਿਤੇ ਕੋਈ ਨਜ਼ਰ ਨਹੀਂ ਆ ਰਿਹਾ ਵੀ ਉਹਨਾਂ ਨੇ ਕੋਈ ਅਸੈਂਬਲੀ ਕੀਤੀ ਹੋਵੇ, ਕੋਈ ਉਹਨਾਂ ਨੇ ਕੋਈ ਮੀਟਿੰਗ ਕੀਤੀ ਹੋਵੇ ਔਰ ਕੋਈ ਪ੍ਰੈਸ ਸਟੇਟਮੈਂਟ ਆਈ ਹੋਵੇ। ਸਿਰਫ ਉਹ ਮਿਲੇ ਆ ਜਾ ਕੇ ਉਸ ਦਿਨ ਅਮਿਤ ਸ਼ਾਹ ਨੂੰ ਜਾਂ ਜਿਹੜੇ ਐਗਰੀਕਲਚਰ ਮਿਨਿਸਟਰ ਨੂੰ, ਤਾਂ ਉਹਦੀਆਂ ਫੋਟੋਗ੍ਰਾਫਸ ਹੋਈਆਂ, ਉਹੀ ਸਿਰਫ ਅਖਬਾਰਾਂ ਵਿੱਚ ਛਪੀਆਂ। ਤਾਂ ਅਦਰਵਾਈਜ਼ ਉਹਨਾਂ ਨੇ ਇਹ ਵੀ ਪੁੱਛਿਆ ਕਿ ਤੁਸੀਂ ਇਹ ਬਿੱਲ ਲਿਆਉਣ ਤੋਂ ਪਹਿਲਾਂ ਕੀ ਐਕਸਰਸਾਈਜ਼ ਕੀਤੀ ਸੀਗੀ, ਕਿਹੜੇ ਫਾਰਮਰਸ ਨੂੰ ਮਿਲਿਆ। ਸਰਕਾਰ ਦੇ ਕੋਲ ਕੋਈ ਡਾਟਾ ਉਹਦਾ ਨਹੀਂ ਸੀਗਾ, ਪਰ ਉਹਦੇ ਉੱਤੇ ਤੁਸੀਂ ਇਹ ਵੀ ਦੇਖਿਆ ਹੋਣਾ ਸੁਪਰੀਮ ਕੋਰਟ ਨੇ ਫਿਰ ਜ਼ਿਆਦਾ ਪ੍ਰੈਸ਼ਰਾਈਜ਼ ਨਹੀਂ ਕੀਤਾ ਕਿ ਉਹ ਡਾਟਾ ਪੇਸ਼ ਕਰੋ। ਸੋ ਇਹ ਚੀਜ਼ਾਂ ਜਿਹੜੀਆਂ ਸਾਰਾ ਪ੍ਰੀ ਪਲੈਨਡ ਜਿਹਾ ਆਪਰੇਸ਼ਨ ਹੈ। ਅਦਰਵਾਈਜ਼ ਉੱਥੇ ਮੌਕੇ ਦੇ ਉੱਤੇ ਜਦੋਂ ਸੁਪਰੀਮ ਕੋਰਟ ਕਹਿ ਰਿਹਾ ਹੈ ਕਿ ਤੁਹਾਡਾ ਕੋਈ ਵੀ ਜਿਹੜਾ ਸਪੋਰਟ ਕਰਦਾ ਹੈ ਉਹ ਆਰਗੇਨਾਈਜੇਸ਼ਨ ਨਹੀਂ ਪਟੀਸ਼ਨ ਚਾਹੀ, ਤਾਂ 15 ਮਿੰਟਾਂ ਬਾਅਦ ਵਕੀਲ ਪੇਸ਼ ਕਰ ਦਿੰਦੇ ਆ। ਸੋ ਇਟ ਮੀਨਸ ਇਹ ਸਾਰਾ ਪਲੈਨਡ ਆਪਰੇਸ਼ਨ ਸੀਗਾ। ਸੋ ਇਹ ਫਾਰਮਰਸ ਵੀ ਸਮਝਦੇ ਆ ਔਰ ਆਮ ਲੋਕ ਵੀ ਸਮਝਦੇ ਆ। ਤੁਸੀਂ ਇਹ ਨਾ ਸੋਚੋ ਕਿ ਜਿਹੜੇ ਲੋਕ ਹੈ ਉਸ ਚੀਜ਼ ਨੂੰ ਨਹੀਂ ਸਮਝਦੇ। ਸੋ ਸੁਪਰੀਮ ਕੋਰਟ ਨੇ ਹਾਲਾਂਕਿ ਆਪਣੇ ਵੱਲੋਂ ਚਲੋ ਅਸੀਂ ਕਹਿ ਸਕਦੇ ਹਾਂ ਕਿ ਸਭ ਤੋਂ ਵੱਡੀ ਨਿਆਇਕ ਸੰਸਥਾ ਹੈਗੀ ਆ, ਉਹਨਾਂ ਨੇ ਕੋਸ਼ਿਸ਼ ਕੀਤੀ ਹੈ, ਪਰ ਇਹ ਹਾਫ ਹਾਰਟਡਲੀ ਵੀ ਨਹੀਂ ਹੈਗੀ ਹੈ, ਕੁਆਟਰ ਹਾਰਟਡਲੀ ਹੈ। ਸੋ ਇਹਦਾ ਮੈਨੂੰ ਨਹੀਂ ਲੱਗਦਾ ਕਿ ਕੋਈ ਫਾਇਦਾ ਹੋਏਗਾ ਔਰ ਇਹ ਕਨਫਰੰਟੇਸ਼ਨ ਜਿਹੜੀ ਹੈ ਵਧੇਗੀ। ਜਿਹੜੀ ਸਭ ਤੋਂ ਵੱਡੀ ਗੱਲ ਹੈ ਹੁਣ ਇਸ ਤੋਂ ਬਾਅਦ, ਜਦੋਂ ਦੇਖੋ ਹਰ ਸਟੇਜ ਦੇ ਉੱਤੇ ਜਦੋਂ ਖਾਲਿਸਤਾਨੀ ਕਿਹਾ ਜਾਂ ਮਾਓਵਾਦੀ ਕਿਹਾ, ਉਦੋਂ ਫਾਰਮਰਸ ਨੂੰ ਵੀ ਇਹ ਲੱਗਿਆ ਕਿ ਸਰਕਾਰ ਸਾਨੂੰ ਧੋਖਾ ਕਰ ਰਹੀ, ਸਾਡੇ ਨਾਲੇ ਸਾਨੂੰ ਬਦਨਾਮ ਕਰ ਰਹੀ ਹੈ। ਹੁਣ ਸੁਪਰੀਮ ਕੋਰਟ ਦੀ ਹੀਅਰਿੰਗ ਤੋਂ ਬਾਅਦ ਉਹ ਜਿਹੜਾ ਗੁੱਸਾ ਹੋਰ ਵਧੇਗਾ ਕਿ ਕਿਤੇ ਨਾ ਕਿਤੇ ਜਿਹੜਾ ਸਾਨੂੰ ਫਿਰ ਬਦਨਾਮ ਕਰਨ ਵਾਸਤੇ ਇੱਦਾਂ ਦੀਆਂ ਗੱਲਾਂ ਸੁਪਰੀਮ ਕੋਰਟ 'ਚ ਬੋਲੀਆਂ ਗਈਆਂ ਇਹਨਾਂ ਦੇ ਵਕੀਲਾਂ ਵੱਲੋਂ, ਔਰ ਇਸ ਗੱਲ ਨੂੰ ਦਬਾਉਣ ਵਾਸਤੇ ਇੱਕ ਸੁਪਰੀਮ ਕੋਰਟ ਦੀ ਐਂਟਰੀ ਕਰਵਾਈ ਗਈ। ਸੋ ਇਹਦੇ ਨਾਲ ਗੁੱਸਾ ਜਿਹੜਾ ਉਹ ਫਾਰਮਰਸ ਵਧੇਗਾ ਔਰ ਕਨਫਰੰਟੇਸ਼ਨ ਵੱਧ ਸਕਦੀ ਹੈ। ਹੁਣ ਜਿਵੇਂ 26 ਜਨਵਰੀ ਦਾ ਟਰੈਕਟਰ ਮਾਰਚ ਹੈਗਾ ਆ, ਉੱਥੇ ਫਾਰਮਰਸ ਨੇ ਕਰਨਾ ਹੈ ਦਿੱਲੀ ਦੇ ਵਿੱਚ, ਤਾਂ ਉਹ ਸੁਪਰੀਮ ਕੋਰਟ ਨੇ ਕਿਹਾ ਕਿ ਲਾਅ ਐਂਡ ਆਰਡਰ ਪੁਲਿਸ ਦਾ ਕੰਮ ਹੈ, ਉਹ ਦੇਖਣ ਕੀ ਕਰਨਾ, ਅਸੀਂ ਇਹਨੂੰ ਨਹੀਂ ਰੋਕ ਸਕਦੇ। ਤਾਂ ਉਸ ਦਿਨ 26 ਤਰੀਕ ਨੂੰ ਸਰਕਾਰ ਕੋਸ਼ਿਸ਼ ਕਰੇਗੀ ਕਿ ਨਾ ਹੋਵੇ ਔਰ ਇਹ ਫਾਰਮਰਸ ਕਰਨਗੇ। ਸੋ ਉੱਥੇ ਕਨਫਰੰਟੇਸ਼ਨ ਹੋ ਸਕਦੀ ਹੈ। ਸਰਕਾਰ ਦੀ ਸ਼ੁਰੂ ਤੋਂ ਇਹ ਕੋਸ਼ਿਸ਼ ਵੀ ਰਹੀ ਹੈ ਕਿਸੇ ਤਰੀਕੇ ਇਸ ਐਜੂਟੇਸ਼ਨ ਨੂੰ ਵਾਇਲੈਂਟ ਕੀਤਾ ਜਾਵੇ, ਔਰ ਜੇ ਕਿਤੇ ਮਾੜੀ ਮੋਟੀ ਹਲਕੀ ਫੁਲਕੀ ਵਾਇਲੈਂਸ ਹੋਈ ਵੀ ਹੈ ਉਹਨੂੰ ਬਹੁਤ ਵਧਾ ਚੜ੍ਹਾ ਕੇ ਪੇਸ਼ ਕੀਤਾ ਗਿਆ। ਉਹਦੇ ਵਿੱਚ ਬੈਂਸ ਸਾਹਿਬ ਤੁਹਾਨੂੰ ਇਹ ਵੀ ਪਤਾ ਹੋਣਾ ਕਿ ਜਿਸ ਤਰ੍ਹਾਂ ਤੁਸੀਂ 26 ਜਨਵਰੀ ਦੀ ਗੱਲ ਕੀਤੀ ਆ, ਇੱਕ ਨੋਟਿਸ ਵੀ ਜਾਰੀ ਕਰ ਦਿੱਤਾ ਗਿਆ ਕਿਸਾਨਾਂ ਨੂੰ, ਜਿਹੜਾ ਕਿ ਸੋਮਵਾਰ ਨੂੰ ਸ਼ਾਇਦ ਕਿਸਾਨਾਂ ਨੂੰ ਉਸ ਚੀਜ਼ ਦਾ ਜਵਾਬ ਦੇਣਾ ਪਊਗਾ ਕਿ ਤੁਸੀਂ 26 ਜਨਵਰੀ ਨੂੰ ਕੀ ਕਰਨ ਜਾ ਰਹੇ ਹੋ। ਨੈਚੁਰਲੀ ਫਾਰਮਰਸ ਦਾ ਸਟੈਂਡ ਤਾਂ ਉਹੀ ਰਹੇਗਾ ਜੋ ਮੇਰੀ ਆਬਜ਼ਰਵੇਸ਼ਨ ਹੈ ਕਿ ਅਸੀਂ 26 ਜਨਵਰੀ ਨੂੰ ਜਿਹੜਾ ਆਪਣਾ ਪ੍ਰੋਟੈਸਟ ਮਾਰਚ ਕੱਢਾਂਗੇ, ਕਿਉਂਕਿ ਇਹ ਪੀਸਫੁਲ ਹੈ। ਦੇਖੋ ਸੁਪਰੀਮ ਕੋਰਟ ਪਹਿਲਾਂ ਹੀ ਕਹਿ ਚੁੱਕਿਆ ਹੈ ਕਿ ਕੋਈ ਵੀ ਪੀਸਫੁਲ ਪ੍ਰੋਟੈਸਟ ਕਰਨ ਦਾ ਕਿਸੇ ਨੂੰ ਹੱਕ ਹੈ, ਔਰ ਫਾਰਮਰਸ ਦਾ ਇਹ ਵੀ ਕਹਿਣਾ ਹੈ, ਅੱਜ ਮੈਂ ਸੁਣ ਰਿਹਾ ਸੀਗਾ ਕਿ 26 ਜਨਵਰੀ ਨੂੰ ਜਿਹੜੇ ਅਸੀਂ ਜਿੱਥੇ ਸਰਕਾਰ ਕੋਈ ਕਰ ਰਹੀ ਹੈ ਆਰਗੇਨਾਈਜ਼ ਉਸ ਦਿਨ ਨੂੰ ਕੋਈ ਪਰੇਡ ਹੋ ਰਹੀ ਹੈ, ਕੁਛ ਹੋ ਰਹੀ ਹੈ, ਉੱਥੇ ਅਸੀਂ ਜਾ ਕੇ ਡਿਸਟਰਬ ਨਹੀਂ ਕਰਾਂਗੇ। ਅਸੀਂ ਇੱਕ ਆਪਣਾ ਪ੍ਰੋਟੈਸਟ ਕਰਨਾ ਹੈ, ਉਹ ਪ੍ਰੋਟੈਸਟ ਦੇ ਤੌਰ 'ਤੇ ਟਰੈਕਟਰ ਮਾਰਚ ਕੱਢਣਾ। ਸੋ ਉਹਨਾਂ ਦਾ ਤਾਂ ਇੱਕ ਫਾਰਮਰ ਦਾ ਜਵਾਬ ਇਹੀ ਹੋਏਗਾ ਕਿ ਅਸੀਂ ਆਪਣੇ ਪ੍ਰੋਗਰਾਮ ਦੇ ਉੱਤੇ ਕਾਇਮ ਹੈ।
ਔਰ ਸੁਪਰੀਮ ਕੋਰਟ ਬੈਨ ਲਾਵੇ ਨਾ ਲਾਵੇ, ਮੈਨੂੰ ਲੱਗਦਾ ਫਾਰਮਰਸ ਉਹ ਪ੍ਰੋਟੈਸਟ ਜ਼ਰੂਰ ਕੱਢਣਗੇ। ਇਹ ਫਿਰ ਚੀਜ਼ਾਂ ਸਰਕਾਰ ਇਹਨੂੰ ਆਪਣੇ ਫਾਇਦੇ ਵਾਸਤੇ ਯੂਜ਼ ਕਰ ਸਕਦੀ ਹੈ, ਕਨਫਰੰਟੇਸ਼ਨ ਕਰ ਸਕਦੀ ਹੈ, ਇਹਨੂੰ ਵਾਇਲੈਂਟ ਹੋਣ ਦਾ ਇੱਕ ਗਰਾਊਂਡ ਬਣਾ ਸਕਦੀ ਹੈ। ਸੋ ਇਹ ਚੀਜ਼ਾਂ ਜਿਹੜੀਆਂ ਆਉਣ ਵਾਲੇ ਦਿਨਾਂ 'ਚ ਪਤਾ ਲੱਗਣਗੀਆਂ। ਪਰ ਸਰਕਾਰ ਦੀ ਕੋਸ਼ਿਸ਼ ਇਹੀ ਹੈ, ਤੁਸੀਂ ਜਿੱਥੇ ਵੀ ਹੁਣ ਕਰਨਾਲ ਦੇ ਵਿੱਚ ਵੀ ਪਰਸੋਂ ਤੁਸੀਂ ਦੇਖਿਆ ਹੋਣਾ ਕਿ ਉੱਥੇ ਮਨੋਹਰ ਲਾਲ ਖੱਟੜ ਚੀਫ ਮਿਨਿਸਟਰ ਨੇ, ਉਹਨਾਂ ਦੀ ਰੈਲੀ ਸੀ, ਉੱਥੇ ਪਹਿਲਾਂ ਵਾਟਰ ਕੈਨਨ ਔਰ ਟੀਅਰ ਗੈਸ ਯੂਜ਼ ਕੀਤੀ ਗਈ ਉਹਨਾਂ ਨੂੰ ਰੋਕਣ ਵਾਸਤੇ ਫਾਰਮਰਸ ਨੂੰ। ਫਿਰ ਉਸ ਤੋਂ ਬਾਅਦ ਜਦੋਂ ਫਾਰਮਰ ਨੇ ਜਾ ਕੇ ਉੱਥੇ ਸਾਰਾ ਪੰਡਾਲ ਤੋੜਿਆ, ਸੋ ਉਸ ਚੀਜ਼ ਨੂੰ ਬੀਜੇਪੀ ਨੇ ਬਹੁਤ ਜ਼ਿਆਦਾ ਹਾਈਲਾਈਟ ਕੀਤਾ ਹੈ। ਈਵਨ ਸੁਪਰੀਮ ਕੋਰਟ 'ਚ ਤਾਂ ਜ਼ਿਕਰ ਕੀਤਾ ਹੈ ਕਿ ਫਾਰਮਰਸ ਜਿਹੜੇ ਆ ਵਾਇਲੈਂਸ ਕਰ ਰਹੇ ਆ। ਸੋ ਇਸ ਤਰੀਕੇ ਨਾਲ ਕੋਈ ਨਾ ਕੋਈ ਮੌਕਾ ਲੱਭ ਰਿਹਾ ਉੱਥੇ। ਰੈਦਰ ਉਲਟੀਆਂ ਚੀਜ਼ਾਂ ਹੋ ਰਹੀਆਂ ਕਿ ਸਰਕਾਰ ਉੱਥੇ ਆਪਣੇ ਬੰਦੇ ਵਾੜ ਕੇ ਕੋਈ ਨਾ ਕੋਈ ਗੜਬੜ ਕਰਾਉਣਾ ਚਾਹੁੰਦੀ ਹੈ। ਔਰ ਫਾਰਮਰਸ ਇੰਨੇ ਔਰਗੇਨਾਈਜ਼ਡ ਹੈਗੇ ਇਸ ਵਾਰੀ ਕਿ ਉਹਨਾਂ ਨੇ ਜੇ ਕੋਈ ਇੱਦਾਂ ਦੇ ਬੰਦੇ ਬਾਹਰੋਂ ਆਏ, ਉਹਨਾਂ ਨੂੰ ਫੜਿਆ ਔਰ ਫੜ ਕੇ ਪੁਲਿਸ ਦੇ ਹਵਾਲੇ ਕੀਤਾ। ਔਰ ਦੇਖੋ ਇੱਕ ਹੋਰ ਤੁਸੀਂ ਨੋਟ ਕੀਤਾ ਹੋਣਾ ਵੀ ਜਿਹੜੇ ਬੰਦੇ ਉਹਨਾਂ ਨੂੰ ਲੱਗੇ ਕਿ ਬੰਦੇ ਗੈਰ ਕਾਨੂੰਨੀ ਕੰਮ ਕਰਨ ਇੱਥੇ ਆਏ ਆ ਜਾਂ ਕੋਈ ਵਾਇਲੈਂਸ ਕ੍ਰੀਏਟ ਕਰਨ ਆਏ ਆ ਜਾਂ ਕੋਈ ਟਰਬਲ ਕ੍ਰੀਏਟ ਕਰਨਗੇ, ਉੱਥੇ ਕੋਈ ਕੁੱਟਮਾਰ ਨਹੀਂ ਕੀਤੀ ਗਈ ਉਹਨਾਂ ਦੀ, ਉਹਨਾਂ ਨੂੰ ਪੁਲਿਸ ਨੂੰ ਹੈਂਡਓਵਰ ਕੀਤਾ ਗਿਆ। ਸੋ ਉਹ ਇੱਕ ਫਾਰਮਰਸ ਵੱਲੋਂ ਪੂਰੀ ਜਿਹੜਾ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਕਿਸੇ ਤਰੀਕੇ ਨਾਲ ਵੀ ਸਾਡੇ 'ਤੇ ਬਲੇਮ ਨਾ ਆਵੇ ਕਿ ਅਸੀਂ ਵਾਇਲੈਂਸ ਕਰ ਰਹੇ ਹਾਂ। ਸਰਕਾਰ ਨੂੰ ਇਸ ਗੱਲ ਦਾ ਮੌਕਾ ਮਿਲੇ ਕਿ ਐਜੀਟੇਸ਼ਨ ਨੂੰ ਖਤਮ ਕਰਨ ਵਾਸਤੇ ਕੋਈ ਫੋਰਸ ਯੂਜ਼ ਕੀਤੀ ਜਾਵੇ, ਉਹ ਕੀਤੀ ਜਾਵੇ। ਔਰ ਦੂਜੀ ਗੱਲ ਮੈਂ ਹੋਰ ਕਹਿਣੀ ਚਾਹੂੰਗਾ ਕਿ ਇਸ ਵਕਤ ਸਾਰੇ ਵਰਲਡ ਦੀਆਂ ਨਜ਼ਰਾਂ ਹੈ ਇਸ ਐਜੂਕੇਸ਼ਨ ਦੇ ਉੱਤੇ। ਸੋ ਸਰਕਾਰ ਇੰਨੀ ਛੇਤੀ ਕੋਈ ਇੱਦਾਂ ਦੀ ਗਲਤੀ ਵੀ ਕਰਨ ਦੀ ਡੇਅਰ ਨਹੀਂ ਕਰ ਸਕਦੀ ਕਿ ਉਹਨੂੰ ਜ਼ਬਰਦਸਤੀ ਕੋਈ ਵਾਇਲੈਂਸ ਕਰੇ ਜਾਂ ਉੱਥੇ ਕਨਫਰੰਟੇਸ਼ਨ ਕਰੇ। ਸੋ 26 ਜਨਵਰੀ ਦੇ ਉੱਤੇ ਸਭ ਦੀਆਂ ਜਿਹੜੀਆਂ ਨਜ਼ਰਾਂ ਜ਼ਰੂਰ ਰਹਿਣਗੀਆਂ। ਬਹੁਤ ਬਹੁਤ ਧੰਨਵਾਦ ਤੁਹਾਡਾ ਸਤਿੰਦਰ ਬੈਂਸ ਜੀ। ਸੋ ਇਹ ਸਨ ਸਤਿੰਦਰ ਬੈਂਸ ਜਿਹੜੇ ਸਾਨੂੰ ਦੱਸ ਰਹੇ ਸੀ, ਔਰ ਇਹ ਬਿਲਕੁਲ ਇਹਨਾਂ ਦੀ ਗੱਲ ਜਾਇਜ਼ ਹੈ ਕਿ ਦੇਖੋ ਸੁਪਰੀਮ ਕੋਰਟ ਨੇ ਵੀ ਇਸ ਅੰਦੋਲਨ ਦੀ ਸ਼ਾਂਤਮਈ ਢੰਗ ਨਾਲ ਚਲਾਉਣ ਦੀ ਸ਼ਲਾਘਾ ਕੀਤੀ ਹੈ, ਕਿਸਾਨਾਂ ਦੀ, ਕਿਸਾਨਾਂ ਦੇ ਆਗੂਆਂ ਦੀ। ਦੂਸਰਾ ਬੈਂਸ ਸਾਹਿਬ ਹੋਣਾ ਦਾ ਬੜਾ ਕਲੀਅਰ ਕਹਿਣਾ ਕਿ ਇਹ ਜਿਹੜਾ ਐਜੀਟੇਸ਼ਨ ਆ ਅੱਜ ਦੇ ਜਿਹੜਾ ਚਾਹੇ ਉਹ ਇੰਟੈਰਿਮ ਫੈਸਲਾ ਹੀ ਹੈ ਉਹਦੇ ਨਾਲ ਰੁਕਣ ਨਹੀਂ ਲੱਗਾ, ਬਲਕਿ ਹੋਰ ਇੰਟੈਂਸੀਫਾਈ ਹੋਊਗਾ, ਹੋਰ ਤੇਜ਼ ਹੋਊਗਾ। ਜਿਸ ਤਰ੍ਹਾਂ ਦੇ ਪ੍ਰੋਗਰਾਮ ਪਹਿਲਾਂ ਤੋਂ ਕਿਸਾਨਾਂ ਦੇ ਆਗੂਆਂ ਨੇ ਉਲੀਕੇ ਹੋਏ ਆ, ਉਹ ਲਗਾਤਾਰ ਚੱਲਣਗੇ ਔਰ ਤੇਜ਼ ਹੋਣਗੇ।